ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸ਼ਿਵ ਕੁਮਾਰ ਬਟਾਲਵੀ ਦੁਆਰਾ ਰਚਿਤ ਕਵਿਤਾ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਹਾਜ਼ਰ ਹੋਏ ਹਾਂ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਅਦਬ ਦੇ, ਪੰਜਾਬੀ ਸਾਹਿਤ ਦੇ ਇੱਕ ਅਜਿਹੇ ਸ਼ਾਇਰ ਹਨ ਜਿਨ੍ਹਾਂ ਦੀਆਂ ਸਿਰਜਣਾਵਾਂ ਦੇ ਵਿੱਚੋਂ ਵਿਛੋੜਾ, ਦਰਦ ਦੀ ਹੂਕ, ਵਿਛੋੜੇ ਦੀ ਤੜਪ, ਵੇਦਨਾ ਜੋ ਹੈ ਡਲਕਦੀ ਹੋਈ ਨਜ਼ਰ ਆਉਂਦੀ ਹੈ। ਜਿੱਥੋਂ ਤੱਕ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਕਵਿਤਾ ਦੀ ਗੱਲ ਹੈ, ਇਹ ਮੂਲ ਰੂਪ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖਿਆ ਗਿਆ ਇੱਕ ਗੀਤ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪ੍ਰੀਤਮ ਪਿਆਰੇ ਦੇ ਵਿਛੋੜੇ ਦੇ ਦਰਦ ਦੇ ਜੋ ਭਾਵ ਹਨ ਉਹਨਾਂ ਨੂੰ ਵਿਅਕਤ ਕੀਤਾ ਹੈ। ਇਹ ਇੱਕ ਸੰਬੋਧਨੀ ਸੁਰ ਵਿੱਚ ਲਿਖਿਆ ਗਿਆ ਗੀਤ ਹੈ, ਜਿਸ ਵਿੱਚ ਕਵੀ ਭੱਠੀ ਵਾਲੀ ਨੂੰ ਸੰਬੋਧਿਤ ਹੋ ਰਹੇ ਹਨ ਕਿ ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ, ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ। ਇਸ ਲਈ ਆਪਣਾ ਕੰਮ ਕਰਵਾਉਣ ਦੇ ਲਈ ਉਸ ਭੱਠੀ ਵਾਲੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਸਤਤ ਕੀਤੀ ਜਾ ਰਹੀ ਹੈ, ਉਸ ਨੂੰ ਚੰਬੇ ਦੀ ਡਾਲੀ ਦੇ ਨਾਲ ਤੁਲਨਾਇਆ ਜਾ ਰਿਹਾ ਹੈ ਅਤੇ ਫਿਰ ਉਸ ਦੇ ਅੱਗੇ ਅਰਜ਼ੋਈ ਕੀਤੀ ਜਾ ਰਹੀ ਹੈ ਕਿ ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਕਿਉਂਕਿ ਆਮ ਤੌਰ 'ਤੇ ਭੱਠੀ ਵਾਲੀ ਜੋ ਹੈ ਦਾਣੇ ਭੁੰਨਣ ਦਾ ਕੰਮ ਕਰਦੀ ਹੈ। ਜੋ ਵੀ ਦਾਣੇ ਭੁੰਨਾਉਣ ਵਾਸਤੇ ਜਾਂਦਾ ਹੈ ਉਸ ਦੇ ਦਾਣਿਆਂ ਦੇ ਵਿੱਚੋਂ ਹੀ ਉਹ ਲੱਪ ਭਰ ਕੇ ਆਪਣਾ ਪਾੜਾ, ਅਲੱਗ ਆਪਣਾ ਹਿੱਸਾ ਕੱਢ ਲੈਂਦੀ ਹੈ। ਪਰ ਕਵੀ ਕਿਉਂਕਿ ਉਸ ਦੇ ਕੋਲ ਕੋਈ ਦਾਣੇ ਭੁੰਨਾਉਣ ਵਾਸਤੇ ਨਹੀਂ ਗਿਆ, ਇਸੇ ਲਈ ਉਸ ਨੂੰ ਸੰਬੋਧਿਤ ਹੋ ਰਿਹਾ ਹੈ ਕਿ ਮੇਰੇ ਕੋਲ ਤਾਂ ਪੀੜਾਂ ਰੂਪੀ ਪਰਾਗਾ ਹੈ ਜੋ ਮੈਂ ਤੇਰੇ ਕੋਲ ਭੁੰਨਾਉਣ ਦੇ ਲਈ ਆਇਆ ਹਾਂ। ਕਿਉਂਕਿ ਦਾਣੇ ਭੁੰਨਣ ਤੋਂ ਜ਼ਿਆਦਾ ਬਾਅਦ ਹੋਰ ਵੀ ਸਵਾਦ ਹੋ ਜਾਂਦੇ ਹਨ। ਠੀਕ ਇਸੇ ਤਰ੍ਹਾਂ ਉਹ ਆਪਣੇ ਪੀੜਾਂ ਰੂਪੀ ਪਰਾਗੇ ਨੂੰ ਭੁਣਾ ਕੇ ਉਹਨਾਂ ਦੇ ਜੋ ਲੈਵਲ ਹੈ ਦੁੱਖਾਂ ਦਾ, ਦਰਦਾਂ ਦਾ, ਉਹਨਾਂ ਨੂੰ ਹੋਰ ਵੀ ਵਧੇਰਾ ਕਰਨਾ ਚਾਹੁੰਦੇ ਹਨ ਔਰ ਇਸ ਬਦਲੇ ਉਸ ਨੂੰ ਹੰਝੂਆਂ ਰੂਪੀ ਪਾੜਾ ਹੀ ਦੇ ਸਕਦੇ ਹਨ। ਕਿਉਂਕਿ ਕਵੀ ਕਹਿ ਰਿਹਾ ਹੈ ਕਿ ਮੇਰੇ ਕੋਲ ਆਪਣੇ ਪ੍ਰੀਤਮ ਪਿਆਰੇ ਦੇ ਵਿਛੋੜੇ ਤੋਂ ਬਾਅਦ ਜੋ ਹੈ ਮੇਰੀ ਜ਼ਿੰਦਗੀ ਇੰਨੀ ਵੀਰਾਨ ਹੋ ਗਈ ਹੈ, ਮੇਰੀ ਜ਼ਿੰਦਗੀ ਦੇ ਵਿੱਚ ਸਿਵਾਏ ਦੁੱਖਾਂ ਦੇ, ਦਰਦਾਂ ਦੇ, ਹੌਕਿਆਂ ਦੇ, ਪੀੜਾ ਦੇ ਕੁਝ ਬਚਿਆ ਹੀ ਨਹੀਂ। ਸੋ ਮੈਂ ਤੈਨੂੰ ਆਪਣੇ ਦੁੱਖਾਂ ਰੂਪੀ ਪਰਾਗੇ ਨੂੰ ਭੁਨਾਉਣ ਦੇ ਲਈ ਹੰਝੂਆਂ ਰੂਪੀ ਪਾੜਾ ਹੀ ਦੇ ਸਕਦਾ ਹਾਂ। ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ, ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ। ਫਿਰ ਉਸ ਨੂੰ ਕਹਿ ਰਹੇ ਹਨ ਕਿ ਮੇਰਾ ਕੰਮ ਜੋ ਹੈ ਛੇਤੀ ਤੋਂ ਛੇਤੀ ਮੁਕਾਇਆ ਜਾਵੇ, ਕਿਉਂਕਿ ਮੈਂ ਪਹਿਲਾਂ ਹੀ ਬਹੁਤ ਲੇਟ ਹੋ ਗਿਆ ਹਾਂ, ਮੈਂ ਪਹਿਲਾਂ ਹੀ ਬਹੁਤ ਕੁਵੇਲਾ ਹੋ ਗਿਆ ਹੈ, ਭਾਵ ਮੈਂ ਜੋ ਹੈ ਵਕਤ ਤੋਂ ਖੁੰਝ ਗਿਆ ਹਾਂ। ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ। ਜਿਸ ਤਰ੍ਹਾਂ ਛਾਵਾਂ ਢਲ ਜਾਂਦੀਆਂ ਹਨ, ਜੋ ਦਿਨ ਦੇ ਡੁੱਬਣ ਦਾ ਜਾਂ ਦਿਨ ਦੇ ਖਤਮ ਹੋਣ ਦਾ ਸੰਕੇਤ ਹੈ। ਬੇਲਿਆਂ 'ਚੋਂ ਮੁੜ ਆਈਆਂ ਮੱਝੀਆਂ ਅਤੇ ਗਾਵਾਂ ਨੀ, ਔਰ ਸ਼ਾਮਾਂ ਢਲਣ ਦੇ ਨਾਲ ਹੀ ਬੇਲਿਆਂ ਜੰਗਲਾਂ ਦੇ ਵਿੱਚੋਂ ਮੱਝਾਂ ਗਾਵਾਂ ਜੋ ਚਰਨ ਵਾਸਤੇ ਗਈਆਂ ਹੁੰਦੀਆਂ ਹਨ ਉਹ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਆਉਂਦੀਆਂ ਹਨ। ਪਾਇਆ ਚਿੜੀਆਂ ਨੇ ਚੀਕ ਚਿਹਾੜਾ, ਅਤੇ ਚਿੜੀਆਂ ਜੋ ਪਰਿੰਦੇ ਹਨ, ਪੰਛੀ ਹਨ, ਇਹ ਵੀ ਵਾਪਸ ਆਪਣੇ ਆਲ੍ਹਣਿਆਂ ਦੇ ਵਿੱਚ ਪਰਤ ਆਉਂਦੇ ਹਨ ਅਤੇ ਫਿਰ ਮਧੁਰ ਸੁਰ ਅਲਾਪ ਰਹੇ ਹੁੰਦੇ ਹਨ। ਪਰ ਕਵੀ ਜੋ ਹੈ ਇਹਨਾਂ ਚੀਜ਼ਾਂ ਦੀ ਤੁਲਨਾ ਕਰਦਾ ਹੋਇਆ ਦੱਸ ਰਿਹਾ ਹੈ ਕਿ ਭੱਠੀ ਵਾਲੀਏ, ਪਰਿੰਦਿਆਂ ਦੇ ਕੋਲ ਵੀ ਆਲ੍ਹਣਾ ਹੈ ਵਾਪਸ ਪਰਤਣ ਨੂੰ, ਮੱਝੀਆਂ ਗਾਵਾਂ ਦੇ ਕੋਲ ਵੀ ਆਪਣਾ ਘਰ ਦਾ ਉਹ ਕਿੱਲਾ ਹੈ ਜਿੱਥੇ ਉਹਨਾਂ ਨੇ ਵਾਪਸ ਪਰਤ ਆਉਣਾ ਹੈ। ਪਰ ਮੇਰੇ ਪ੍ਰੀਤਮ ਪਿਆਰੇ ਦੇ ਵਿਛੜ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਜਿਹੜੀ ਹੈ ਇੰਨੀ ਵੀਰਾਨ ਹੋ ਗਈ ਹੈ ਕਿ ਮੇਰੇ ਕੋਲ ਕੋਈ ਠੌਰ ਨਹੀਂ ਹੈ, ਕੋਈ ਠਿਕਾਣਾ ਨਹੀਂ ਹੈ ਜਿੱਥੇ ਮੈਂ ਪਰਤਣਾ ਹੈ। ਇਸ ਲਈ ਮੈਂ ਬਹੁਤ ਦੁਖੀ ਹਾਂ ਔਰ ਸਤਾਇਆ ਹੋਇਆ ਹਾਂ। ਸੋ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ, ਇਸ ਲਈ ਤੂੰ ਮੇਰਾ ਦੁੱਖਾਂ ਰੂਪੀ ਪਰਾਗਾ ਜੋ ਹੈ ਉਹ ਇਸ ਨੂੰ ਜੋ ਹੈ ਭੁੰਨ ਦੇ ਔਰ ਇਹਨਾਂ ਦੀ ਜੋ ਪੀੜਾ ਦੀ ਮਾਤਰਾ ਹੈ ਤਾਂ ਜੋ ਹੋਰ ਵੱਧ ਸਕੇ ਔਰ ਉਹਨਾਂ ਪੀੜਾ, ਦੁੱਖਾਂ, ਦਰਦਾਂ ਸਦਕਾ ਜੋ ਹੈ ਮੈਨੂੰ ਇਸ ਜ਼ਿੰਦਗੀ ਤੋਂ ਹੋ ਸਕਦਾ ਹੈ ਨਿਜਾਤ ਮਿਲ ਜਾਵੇ। ਫਿਰ ਕਹਿ ਰਿਹਾ ਹੈ ਕਿ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ। ਉਸ ਨੂੰ ਵਾਸਤਾ ਪਾ ਰਿਹਾ ਹੈ ਕਿ ਮੇਰਾ ਇਹ ਕੰਮ ਛੇਤੀ ਕਰ ਦੇ, ਕਿਉਂਕਿ ਮੈਂ ਬੜੀ ਦੂਰ ਜਾਣਾ ਹੈ। ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ, ਜਿੱਥੇ ਮੇਰੇ ਪ੍ਰੀਤਮ ਪਿਆਰੇ ਛੱਡ ਕੇ ਜਿਸ ਜਗ੍ਹਾ ਜਾ ਚੁੱਕੇ ਹਨ ਉਸ ਜਗ੍ਹਾ ਜਿੱਥੋਂ ਕੋਈ ਵਾਪਸ ਪਰਤ ਕੇ ਨਹੀਂ ਆਉਂਦਾ।
ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ, ਕਿਉਂਕਿ ਉਹ ਇੱਕ ਅਜਿਹਾ ਨਿਵੇਕਲਾ ਗ੍ਰਾਂ ਹੈ, ਅਜਿਹੀ ਥਾਂ ਹੈ, ਅਜਿਹਾ ਪਿੰਡ ਹੈ ਜਿੱਥੇ ਪੁੱਜਣਾ ਹਾਰੀ ਸਾਰੀ ਨੂੰ ਨਸੀਬ ਨਹੀਂ ਹੁੰਦਾ, ਔਰ ਉਸ ਨੂੰ ਜਾਣ ਦਾ ਰਸਤਾ ਵੀ ਜਿਹੜਾ ਹੈ ਉਹ ਬੜਾ ਹੀ ਜੋ ਹੈ ਵਿਖੜਾ ਹੈ, ਭਾਵ ਬੜਾ ਮੁਸ਼ਕਲਾਂ ਦੇ ਨਾਲ ਭਰਿਆ ਹੋਇਆ ਹੈ। ਉਹ ਪਿੰਡ ਦੁਰਾਡਾ ਵੀ ਹੈ, ਦੂਰ ਵੀ ਹੈ, ਅਤੇ ਉਸ ਨੂੰ ਜੋ ਹੈ ਜਾਣ ਵਾਲਾ ਰਾਹ ਜਿਹੜਾ ਹੈ ਉਹ ਵੀ ਬੜਾ ਔਖਾ ਹੈ, ਅਤੇ ਉੱਤੋਂ ਜੋ ਹੈ ਰਾਤ ਪੈ ਰਹੀ ਹੈ। ਇਸ ਲਈ ਨੀ ਪੀੜਾਂ ਦਾ ਪਰਾਗਾ ਭੁੰਨਦੇ ਪੱਠੀ ਵਾਲੀਏ, ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਭਾਵ ਮੇਰੀ ਵਾਰੀ ਆਈ ਹੈ ਤਾਂ ਜਿਨ੍ਹਾਂ ਪੱਤਿਆਂ ਨੂੰ ਕੜਾਹੀ ਦੇ ਹੇਠਾਂ ਬਾਲ ਕੇ ਤੂੰ ਕੜਾਹੀ ਨੂੰ ਗਰਮ ਕਰਦੀ ਹੈ, ਉਹ ਪੱਤੇ ਵੀ ਮੈਨੂੰ ਸਿੱਲੇ ਸਿੱਲੇ ਲੱਗ ਰਹੇ ਹਨ, ਭਾਵ ਉਹਨਾਂ ਵਿੱਚ ਜੋ ਹੈ ਗਰਮੀ, ਭਾਵ ਸੇਕ ਨਹੀਂ ਬਚਿਆ। ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ, ਅਤੇ ਨਾਲ ਹੀ ਮੈਨੂੰ ਲੱਗ ਰਿਹਾ ਹੈ ਕਿ ਜੋ ਮਿੱਟੀ ਦੀ ਕੜਾਹੀ ਹੈ ਉਹ ਵੀ ਪਿੱਲੀ ਹੋ ਗਈ ਹੈ। ਪਿੱਲਾ ਭਾਂਡਾ ਜੋ ਹੈ ਉਹਦੇ ਉੱਤੇ ਛੇਤੀ ਕੀਤਿਆਂ ਅੱਗ ਦਾ ਅਸਰ ਨਹੀਂ ਹੁੰਦਾ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਦੁਗਾੜਾ ਤੋਂ ਭਾਵ ਹੈ ਕਿਹੜੀ ਗੋਲੀ ਵੱਜੀ ਹੈ ਕਿ ਤੇਰੇ ਪੱਤਿਆਂ ਦੇ ਵਿੱਚੋਂ ਸੇਕ ਹੀ ਖਤਮ ਹੋ ਗਿਆ ਹੈ, ਨਾ ਪੱਤੇ ਬਲ ਰਹੇ ਹਨ, ਨਾ ਕੜਾਹੀ ਗਰਮ ਹੋ ਰਹੀ ਹੈ, ਔਰ ਨਾ ਮੇਰਾ ਦੁੱਖਾਂ ਰੂਪੀ ਪਰਾਗਾ ਜੋ ਹੈ ਉਹ ਭੁੰਨਣ 'ਤੇ ਹੀ ਆ ਰਿਹਾ ਹੈ। ਲੱਪ ਕੂਏ ਚੁੰਗ ਮੇਰੀ ਪਹਿਲਾਂ ਮੈਨੂੰ ਟੋਰਨੀ, ਫਿਰ ਉਹ ਕਹਿ ਰਹੇ ਹਨ ਕਿ ਮੇਰੀ ਤਾਂ ਛੋਟੀ ਜਿਹੀ ਲੱਪ ਕੂ ਥੋੜ੍ਹੀ ਜਿਹੀ ਚੁੰਗ ਹੈ, ਇਸ ਲਈ ਮੈਨੂੰ ਦੂਜੀਆਂ ਚੁੰਗਾਂ ਦੇ ਨਾਲੋਂ ਪਹਿਲਾਂ ਫਾਰਿਗ ਕਰ ਦੇ, ਟੋਰ ਦੇ। ਕੱਚੇ ਕੱਚੇ ਰੱਖ ਨਾ ਨੀ ਰੋੜ ਥੋੜ੍ਹੇ ਹੋਰ ਨਹੀਂ, ਔਰ ਮੇਰੇ ਇਸ ਦੁੱਖਾਂ ਰੂਪੀ ਪਰਾਗੇ ਨੂੰ ਕੱਚਾ ਨਾ ਰੱਖ, ਸਗੋਂ ਹੋਰ ਥੋੜ੍ਹਾ ਰੋੜ ਦੇ। ਕਰਾਂ ਮਿੰਨਤਾਂ ਮੁਕਾ ਦੇ ਨੀ ਪਵਾੜਾ, ਇਹ ਮੇਰੀ ਬੇਨਤੀ ਹੈ, ਕਿਉਂਕਿ ਦੁੱਖਾਂ ਦੇ ਵਿੱਚੋਂ ਇੰਨਾ ਇਜ਼ਾਫਾ ਕਰਦੇ ਇਹਨਾਂ ਨੂੰ ਭੁੰਨ ਕੇ, ਤਾਂ ਕਿ ਮੇਰਾ ਇਸ ਜ਼ਿੰਦਗੀ ਤੋਂ ਛੁਟਕਾਰਾ ਹੋ ਸਕੇ। ਕਰਾਂ ਮਿੰਨਤਾਂ ਮੁਕਾ ਦੇ ਨੀ ਪਵਾੜਾ, ਮੈਂ ਤੇਰੇ ਅੱਗੇ ਨਿਮਾਣਾ ਜਿਹਾ ਹੋ ਕੇ ਮਿੰਨਤ ਕਰ ਰਿਹਾ ਹਾਂ, ਅਰਜ਼ ਕਰ ਰਿਹਾ ਹਾਂ, ਬੇਨਤੀ ਕਰ ਰਿਹਾ ਹਾਂ, ਤਾਂ ਜੋ ਮੇਰੀ ਇਹ ਜ਼ਿੰਦਗੀ ਹੈ ਇਸ ਦਾ ਪੁਆੜਾ ਹੀ ਖਤਮ ਕਰ ਦੇ। ਸੌਂ ਗਈਆਂ ਹਵਾਵਾਂ ਰੋ ਰੋ ਕਰ ਵਰਲਾਪ ਨੀ, ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨੀ, ਭਾਵ ਉਸ ਦੇ ਦੁੱਖਾਂ ਦਰਦਾਂ ਦੀ ਇੰਤਹਾ ਹੋ ਚੁੱਕੀ ਹੈ। ਉਸ ਨੂੰ ਲੱਗਦਾ ਹੈ ਕਿ ਸਾਰੀ ਕੁਦਰਤ, ਸਾਰੀ ਕਾਇਨਾਤ ਜੋ ਹੈ ਉਹ ਵੀ ਉਹਦੇ ਦੁੱਖਾਂ ਦੇ ਵਿੱਚ ਸ਼ਾਮਿਲ ਹੋ ਕੇ ਜੋ ਹੈ ਉਸ ਨੂੰ ਰੋਂਦੀ ਹੋਈ, ਵਿਲਕਦੀ ਹੋਈ, ਤੜਪਦੀ ਹੋਈ ਨਜ਼ਰ ਆ ਰਹੀ ਹੈ। ਸੌਂ ਗਈਆਂ ਹਵਾਵਾਂ ਰੋ ਰੋ ਕਰ ਵਰਲਾਪ ਨੀ, ਜਿਹੜੀਆਂ ਹਵਾਵਾਂ ਆਮ ਤੌਰ 'ਤੇ ਨਿੱਘੀਆਂ ਲੱਗਦੀਆਂ ਹਨ, ਠੰਡੀਆਂ ਲੱਗਦੀਆਂ ਹਨ, ਸੁਖਾਵੀਆਂ ਲੱਗਦੀਆਂ ਹਨ, ਔਰ ਇਸ ਵਿਛੋੜੇ ਦੀ ਸਥਿਤੀ ਵਿੱਚ ਕਵੀ ਨੂੰ ਉਹ ਹਵਾਵਾਂ ਜਿਹੜੀਆਂ ਨੇ ਉਹ ਰੋਂਦੀਆਂ ਹੋਈਆਂ, ਵਿਰਲਾਪ ਕਰਦੀਆਂ ਹੋਈਆਂ, ਵੇਦਨਾ ਦੇ ਨਾਲ ਭਰਪੂਰ ਨਜ਼ਰ ਆ ਰਹੀਆਂ ਹਨ। ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨੀ, ਅਤੇ ਅਸਮਾਨ ਦੇ ਵਿੱਚ ਡਲਕਦੇ ਹੋਏ ਤਾਰੇ ਵੀ ਜਿਹੜੇ ਨੇ ਉਹ ਨਿਕਲ ਆਏ ਹਨ, ਲੱਗਦਾ ਹੈ ਉਹਨਾਂ ਨੂੰ ਵੀ ਤਾਪ ਚੜ੍ਹ ਗਿਆ ਹੈ, ਭਾਵ ਉਹ ਹੂੰਗ ਰਹੇ ਹਨ, ਥੱਕ ਚੁੱਕੇ ਹਨ। ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਅਤੇ ਜਿਸ ਤਰ੍ਹਾਂ ਜੇਕਰ ਜੰਝ ਦਾ ਜੇਕਰ ਲਾੜਾ ਹੀ ਰੁੱਸ ਜਾਵੇ ਤਾਂ ਜੰਝ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ, ਠੀਕ ਇਸੇ ਤਰ੍ਹਾਂ ਜੇਕਰ ਸਰੀਰ ਦੇ ਵਿੱਚੋਂ ਸਵਾਸ ਹੀ ਖਤਮ ਹੋਣ 'ਤੇ ਆ ਜਾਣ ਤਾਂ ਸਰੀਰ ਜੋ ਹੈ ਨਿਰਜਿੰਦ ਹੋ ਜਾਂਦਾ ਹੈ, ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਸੋ ਕਵੀ ਨੂੰ ਜੋ ਹੈ ਆਪਣੇ ਪ੍ਰੀਤਮ ਪਿਆਰੇ ਦੇ ਵਿਛੜ ਜਾਣ ਸਦਕਾ ਜੋ ਹੈ ਸਾਰੀ ਕੁਦਰਤ, ਸਾਰੀ ਕਾਇਨਾਤ, ਉਸਦਾ ਆਪਣਾ ਆਪਾ ਵੀ ਜੋ ਹੈ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਵਿਲਕਦਾ ਹੋਇਆ, ਨਿਰਾਸ਼ਾ ਦੀ ਪੰਡ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਨੂੰ ਲੱਗਦਾ ਹੈ ਕਿ ਇਸ ਜ਼ਿੰਦਗੀ ਜੋ ਆਪਣੇ ਪ੍ਰੀਤਮ ਪਿਆਰੇ ਦੇ ਵਿਛੋੜੇ ਦੇ ਵਿੱਚ ਬੀਤਣ ਵਾਲੀ ਜ਼ਿੰਦਗੀ ਹੈ, ਇਸ ਜ਼ਿੰਦਗੀ ਦੀ ਕੋਈ ਅਹਿਮੀਅਤ ਨਹੀਂ ਹੈ। ਇਹ ਜ਼ਿੰਦਗੀ ਜੋ ਹੈ ਇਸ ਨੂੰ ਛੇਤੀ ਹੁਣ ਖ਼ਤਮ ਹੋ ਜਾਣਾ ਚਾਹੀਦਾ ਹੈ, ਔਰ ਇਸ ਨੂੰ ਖ਼ਤਮ ਕਰਨ ਦੇ ਲਈ ਦੁੱਖਾਂ ਦੀ ਜਿਹੜੀ ਹੈ ਇੰਤਹਾ ਹੋਣੀ, ਦੁੱਖਾਂ ਦੇ ਵਿੱਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹ ਪੱਠੀਵਾਲੀ ਨੂੰ ਸੰਬੋਧਿਤ ਹੁੰਦਾ ਹੋਇਆ ਕਹਿ ਰਿਹਾ ਹੈ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀਏ, ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀਏ। ਕਿਉਂਕਿ ਹੁਣ ਤਾਂ ਮੇਰੇ ਕੋਲ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਪੂੰਜੀ, ਕੋਈ ਸਰਮਾਇਆ ਨਹੀਂ ਬਚਿਆ। ਉਸ ਪ੍ਰੀਤਮ ਪਿਆਰੇ ਦੇ ਤੁਰ ਜਾਣ ਸਦਕਾ ਜ਼ਿੰਦਗੀ ਜਿਹੜੀ ਹੈ ਉਹ ਵੀਰਾਨ ਭਾਸ ਰਹੀ ਹੈ, ਸਿਵਾਏ ਦੁੱਖਾਂ ਦੇ, ਦਰਦਾਂ ਦੇ, ਹੰਝੂਆਂ ਦੇ, ਹੌਕਿਆਂ ਦੇ, ਹਾਵਿਆਂ ਦੇ ਕੁਝ ਨਹੀਂ ਬਚਿਆ। ਇਹੀ ਚੀਜ਼ਾਂ ਮੇਰੀ ਪ੍ਰਾਪਤੀ ਰਹਿ ਗਈਆਂ